ਕਿਸੇ ਵੀ ਕਰਜ਼ਾਈ ਦੇਸ਼ ਦੇ ਉੱਤੇ ਚੜਿਆ ਹੋਇਆ ਕਰਜ਼ਾ ਨਾਲ ਮਾੜੀਆਂ ਆਰਥਿਕ ਨੀਤੀਆਂ ਤੇ ਮਾੜੀਆਂ ਸਰਕਾਰਾਂ ਕਿਵੇਂ ਕਿਸੇ ਦੇਸ਼ ਨੂੰ ਤਬਾਹ ਕਰ ਦਿੰਦੀਆਂ ਨੇ, ਡੁਬੋ ਦਿੰਦੀਆਂ ਨੇ, ਉਹਦੀ ਐਗਜ਼ਾਮਪਲ ਬਣ ਚੁੱਕਾ ਹੈ ਸ਼੍ਰੀਲੰਕਾ। ਵੈਲਕਮ ਬੈਕ, ਮੈਂ ਮਨਵੀਰ ਕੌਰ। ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਸ਼੍ਰੀਲੰਕਾ ਕ੍ਰਾਈਸਿਸ ਦੀ। ਇੰਨੇ ਹਾਲਾਤ ਉੱਥੇ ਵਿਗੜ ਚੁੱਕੇ ਆ ਕਿ ਸ਼੍ਰੀਲੰਕਾ ਦੇ ਵਿੱਚ ਐਮਰਜੈਂਸੀ ਲਾਉਣੀ ਪਈ ਹੈ। ਲੋਕ ਸੜਕਾਂ ਤੇ ਉਤਰਨ ਲੱਗ ਗਏ ਸੀ। ਆਰਥਿਕ ਸੰਕਟ, ਬਹੁਤ ਗੰਭੀਰ ਆਰਥਿਕ ਸੰਕਟ ਜਿਹੜਾ ਸ਼੍ਰੀਲੰਕਾ ਦੇ ਵਿੱਚ ਪੈਦਾ ਹੋਇਆ। ਉਹਦਾ ਕਾਰਨ ਕੀ ਹੈ? ਕਿਉਂਕਿ ਸ਼੍ਰੀਲੰਕਾ ਦੇ ਉੱਤੇ ਬਹੁਤ ਵੱਡਾ ਕਰਜ਼ਾ, ਬਹੁਤ ਭਾਰੀ ਅਮਾਉਂਟ ਦੇ ਵਿੱਚ ਕਰਜ਼ਾ ਚੜਿਆ ਹੋਇਆ ਸੀ, ਪਲੱਸ ਨਾਲ ਹੀ ਉਹਨਾਂ ਦੀਆਂ ਜਿਹੜੀਆਂ ਸਰਕਾਰਾਂ ਸੀ ਉਹ ਫੇਲ ਹੋਈਆਂ ਚੰਗੀਆਂ ਆਰਥਿਕ ਨੀਤੀਆਂ ਬਣਾਉਣ ਦੇ ਵਿੱਚ। ਉੱਥੇ ਦੇ ਲੋਕ ਕੀ ਪ੍ਰੋਬਲਮ ਫੇਸ ਕਰ ਰਹੇ, ਅਗਰ ਆਪਾਂ ਜਾਣਨਾ ਹੋਵੇ ਤਾਂ ਪ੍ਰੋਬਲਮਸ ਹੈਗੀਆਂ ਕਿ ਉਹਨਾਂ ਦੇ ਕੋਲ ਜੋ ਬੇਸਿਕ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਵੀ ਫੈਸਿਲਿਟੀਜ਼ ਜਾਂ ਚੀਜ਼ਾਂ ਜਾਂ ਵਸਤੂਆਂ ਨਹੀਂ ਹੈ। ਜਿਵੇਂ ਕਿ ਖਾਣ ਦੇ ਲਈ ਖਾਣਾ ਨਹੀਂ ਹੈ, ਚਾਵਲ ਨਹੀਂ ਹੈ, ਦੁੱਧ ਨਹੀਂ ਹੈ, ਤੇਲ ਨਹੀਂ ਹੈ ਉਹਨਾਂ ਦੇ ਕੋਲ। ਨਾਲ ਹੀ ਕੁਕਿੰਗ ਗੈਸ ਦੀ ਸਪਲਾਈ ਨਹੀਂ ਹੈ। ਅਗਰ ਕਿਤੇ ਕੋਈ ਖਾਣ ਦੀ ਵਸਤੂ ਮਿਲ ਵੀ ਜਾਂਦੀ ਹੈ ਤਾਂ ਉਹ ਨਜਾਇਜ਼ ਮਹਿੰਗੀ ਹੈ, ਜਿਹੜੀ ਲੋਕ ਅਫੋਰਡ ਨਹੀਂ ਕਰ ਸਕਦੇ। 3 ਵਕਤ ਦਾ ਖਾਣਾ ਵੀ ਸ਼੍ਰੀਲੰਕਾ ਦੇ ਲੋਕਾਂ ਨੂੰ ਇਸ ਟਾਈਮ ਨਸੀਬ ਨਹੀਂ ਹੋ ਰਿਹਾ। ਇਲੈਕਟ੍ਰੀਸਿਟੀ ਜਿਹੜੀ ਇੱਕ ਮੁੱਢਲੀ ਲੋੜ ਦੇ ਵਿੱਚ ਹੀ ਆਪਾਂ ਉਹਨੂੰ ਕੰਸੀਡਰ ਕਰ ਸਕਦੇ ਹਾਂ ਅੱਜ ਦੇ ਟਾਈਮ ਦੇ ਨਾਲ। ਬਿਜਲੀ ਦੀ ਸਪਲਾਈ ਵੀ ਘਰਾਂ ਦੇ ਵਿੱਚ 18 ਘੰਟੇ ਤੱਕ ਰੁਕੀ ਰਹਿੰਦੀ ਹੈ। ਹਾਰਡਲੀ ਕਿਤੇ ਬਿਜਲੀ ਥੋੜੀ ਵਾਲੀ ਸਪਲਾਈ ਆਉਂਦੀ ਹੈ ਕਿਉਂਕਿ ਉਹ ਦੇਸ਼ ਅਫੋਰਡ ਨਹੀਂ ਕਰ ਪਾ ਰਿਹਾ। ਲੋਕਾਂ ਦੇ ਲਈ ਪੂਰੇ ਦੇਸ਼ ਦੇ ਵਿੱਚ ਦਵਾਈਆਂ ਦੀ ਘਾਟ ਹੋ ਚੁੱਕੀ ਹੈ, ਮੈਡੀਸਿਨਸ ਦੀ ਸਪਲਾਈ ਨਹੀਂ ਹੈ। ਨਾਲ ਹੀ ਜਿਹੜੀਆਂ ਲਾਈਫ ਸੇਵਿੰਗ ਮੈਡੀਸਿਨਸ ਹੁੰਦੀਆਂ, ਜਿਵੇਂ ਬਹੁਤ ਐਮਰਜੈਂਸੀ ਪਈ ਤੇ ਕਿਸੇ ਵੀ ਇਨਸਾਨ ਨੂੰ ਉਹਨੂੰ ਜੋ ਦਵਾਈ ਦੇਣੀ ਹੈ ਲਾਈਫ ਸੇਵਿੰਗ, ਜੋ ਹਰ ਇੱਕ ਦੇਸ਼ ਆਪਣੀ ਇਸ ਚੀਜ਼ ਨੂੰ ਬਣਾ ਕੇ ਰੱਖਦਾ ਕਿ ਸਾਡੇ ਕੋਲ ਇਹ ਦਵਾਈਆਂ ਖਤਮ ਨਹੀਂ ਹੋਣੀਆਂ ਚਾਹੀਦੀਆਂ, ਉਹਨਾਂ ਦਵਾਈਆਂ ਦੀ ਵੀ, ਉਹਨਾਂ ਮੈਡੀਸਿਨਸ ਦੀ ਵੀ ਘਾਟ ਹੈ। ਜਿੰਨੇ ਵੀ ਹਸਪੀਟਲਸ ਦੇ ਵਿੱਚ ਟਰੀਟਮੈਂਟ ਸੀ ਜਾਂ ਆਪਰੇਸ਼ਨ ਹੋਣੇ ਸੀਗੇ ਉਹਨਾਂ ਨੂੰ ਪੋਸਟਪੋਨ ਕਰ ਦਿੱਤਾ ਗਿਆ। ਇੱਥੋਂ ਤੱਕ ਕਿ ਬੱਚਿਆਂ ਦੇ ਜਿਹੜੇ ਪੇਪਰ ਹੋਣੇ ਸੀ, ਐਗਜ਼ਾਮ ਹੋਣੇ ਸੀ, ਉਹ ਵੀ ਅਣਮਿੱਥੇ ਸਮੇਂ ਦੇ ਲਈ ਪੋਸਟਪੋਨ ਕਰ ਦਿੱਤੇ ਗਏ ਕਿਉਂਕਿ ਸ਼੍ਰੀਲੰਕਾ ਇੰਨਾ ਗਰੀਬ ਦੇਸ਼ ਹੋ ਚੁੱਕਾ ਹੈ ਕਿ ਉਹ ਬੱਚਿਆਂ ਦੇ ਲਈ ਪੇਪਰ ਵੀ ਬਾਹਰ ਤੋਂ ਮੰਗਵਾਉਣ ਦਾ ਉਹਦੇ ਕੋਲ ਪੈਸਾ ਨਹੀਂ ਹੈਗਾ। ਇਸ ਕਰਕੇ ਬੱਚਿਆਂ ਦੇ ਪੇਪਰ ਹੀ ਰੱਦ ਕਰ ਦਿੱਤੇ ਗਏ। ਇਸ ਤੋਂ ਇਲਾਵਾ ਪੈਟਰੋਲ ਡੀਜ਼ਲ ਤਾਂ ਉਸ ਦੇਸ਼ ਦੇ ਵਿੱਚ ਹੁਣ ਮੁੱਕ ਚੁੱਕਾ ਹੈ ਔਰ ਉਹਨਾਂ ਦੇ ਕੋਲ ਪੈਸਾ ਨਹੀਂ ਹੈ ਕਿ ਹੋਰ ਖਰੀਦ ਸਕਣ। ਪਬਲਿਕ ਟਰਾਂਸਪੋਰਟੇਸ਼ਨ ਇੱਕ ਤਰ੍ਹਾਂ ਨਾਲ ਠੱਪ ਹੋ ਚੁੱਕੀ ਹੈ ਔਰ ਪੂਰੇ ਦੇਸ਼ ਦੇ ਵਿੱਚ ਐਮਰਜੈਂਸੀ ਲੱਗ ਚੁੱਕੀ ਹੈ। ਸੋ ਬੇਰੁਜ਼ਗਾਰੀ, ਭੁੱਖਮਰੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ। ਸ਼੍ਰੀਲੰਕਨ ਲੋਕ ਜਿਹੜੇ ਆ, ਉਹ ਭਾਰਤ ਦਾ ਗੁਆਂਢੀ ਦੇਸ਼ ਹੈ ਸ਼੍ਰੀਲੰਕਾ, ਸੋ ਉੱਥੋਂ ਦੇ ਲੋਕ ਹੁਣ ਇੱਕ ਟ੍ਰੈਂਡ ਦੁਬਾਰਾ ਫਿਰ ਇਮਰਜ ਹੋ ਗਿਆ ਕਿ ਉੱਥੋਂ ਦੇ ਲੋਕ ਰਿਫਿਊਜ਼ ਲੈਣ ਦੇ ਲਈ ਇੰਡੀਆ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਆਪਣੀ ਜਾਨ ਜੋਖਿਮ ਦੇ ਵਿੱਚ ਪਾ ਕੇ ਸਮੁੰਦਰ ਦੇ ਵਿੱਚ ਛੋਟੀਆਂ ਕਿਸ਼ਤੀਆਂ 'ਚ ਬਹਿ ਕੇ ਕਿਸੇ ਤਰ੍ਹਾਂ ਭਾਰਤ ਦੇ ਵਿੱਚ ਆ ਕੇ ਰਿਫਿਊਜ਼ ਲੈਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਉੱਥੇ ਉਹਨਾਂ ਦੇ ਲਈ ਰੋਟੀ ਪਾਣੀ ਦਾ ਵੀ ਪ੍ਰਬੰਧ ਨਹੀਂ ਹੈ। ਪਾਣੀ ਦੇ ਲਈ ਵੀ 500 ਰੁਪਇਆ ਖਰਚਣਾ ਪੈਂਦਾ ਔਰ ਉਹ ਵੀ ਹਰ ਕੋਈ ਅਫੋਰਡ ਨਹੀਂ ਕਰ ਪਾ ਰਿਹਾ। ਹੁਣ ਸਵਾਲ ਇਹ ਹੈ ਕਿ ਸ਼੍ਰੀਲੰਕਾ ਦੇ ਵਿੱਚ ਐਡਾ ਵੱਡਾ ਸੰਕਟ ਆਇਆ ਕਿਵੇਂ? ਇਹਦੇ ਪਿੱਛੇ ਮੇਨ ਕਾਰਨ ਜੋ ਹੈ ਉੱਥੋਂ ਦੀ ਸਰਕਾਰਾਂ ਨੇ, ਜਿਹੜੀਆਂ ਸਰਕਾਰਾਂ ਦੀ ਬੈਡ ਪਾਲਿਸੀ ਮੇਕਿੰਗ ਸੀ। ਉਹ ਵਧੀਆ ਨੀਤੀਆਂ ਲੈ ਕੇ ਆਪਣੇ ਆਰਥਿਕ ਢਾਂਚੇ ਨੂੰ ਮਜ਼ਬੂਤ ਨਹੀਂ ਕਰ ਪਾਏ। ਸ਼੍ਰੀਲੰਕਾ ਬਹੁਤ ਖੁਸ਼ਹਾਲ ਦੇਸ਼ ਹੁੰਦਾ ਸੀ, ਬਟ ਪਿਛਲੇ ਇੱਕ ਦਹਾਕੇ ਤੋਂ ਆਪਾਂ ਕਹਿ ਸਕਦੇ ਹਾਂ ਕਿ ਉੱਥੇ ਇੱਕ ਰਿਲੀਜੀਅਸ ਨੈਸ਼ਨਲਿਜ਼ਮ, ਧਰਮ ਦੇ ਨਾਮ ਤੇ ਰਾਸ਼ਟਰਵਾਦ ਜਿਹੜਾ ਚੱਲਿਆ, ਉਹਨੇ ਥੋੜੀ ਜਿਹੀ ਪ੍ਰੋਬਲਮੈਟਿਕ ਸਿਚੁਏਸ਼ਨਾਂ ਸ਼੍ਰੀਲੰਕਾ 'ਚ ਕ੍ਰੀਏਟ ਕੀਤੀਆਂ, ਜਿਹਦੇ ਨਾਲ ਲੋਕਾਂ ਦੇ ਆਪਸ 'ਚ ਦੰਗੇ ਫਸਾਦ ਵਧੇ। ਕੁਝ ਪਰਟੀਕੂਲਰ ਧਰਮ ਦੇ ਲੋਕ ਬਾਕੀਆਂ ਤੋਂ ਇਨਸਿਕਿਉਰ ਫੀਲ ਕਰਨ ਲੱਗ ਗਏ ਔਰ ਬਹੁਤ ਲੋਕਾਂ ਦੇ ਵਿੱਚ ਰਾਈਟਿੰਗ ਸਿਚੁਏਸ਼ਨ ਹੋਈ। 2019 ਦੇ ਵਿੱਚ ਇੱਕ ਬੰਬ ਬਲਾਸਟ ਵੀ ਸ਼੍ਰੀਲੰਕਾ ਦੇ ਵਿੱਚ ਹੋਇਆ ਸੀ, ਕੋਲੰਬੋ 'ਚ, ਆਪਾਂ ਜਾਣਦੇ ਹਾਂ। ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਇਹ ਵੀ ਦੇਸ਼ ਨੂੰ ਅੰਦਰੂਨੀ ਕਮਜ਼ੋਰ ਕਰਦੀਆਂ ਨੇ। ਪਰ ਆਪਾਂ ਹੁਣ ਪੁਆਇੰਟ ਬਾਈ ਪੁਆਇੰਟ ਇਸ ਚੀਜ਼ ਤੇ ਨਿਗਾਹ ਮਾਰਾਂਗੇ ਕਿ ਕੀ ਕਾਰਨ ਰਹੇ ਸ਼੍ਰੀਲੰਕਾ ਦੇ ਕ੍ਰਾਈਸਿਸ ਦੇ। ਸਭ ਤੋਂ ਪਹਿਲਾ ਕਾਰਨ ਹੈ ਕਿ 2019 ਦੇ ਵਿੱਚ ਜਦੋਂ ਇੱਕ ਨਵੀਂ ਸਰਕਾਰ ਆਉਂਦੀ ਹੈ, ਰਾਜਪਕਸ਼ੇ ਸਰਕਾਰ ਇੱਕ ਰਾਜਪਕਸ਼ੇ ਪਰਿਵਾਰ ਹੈ, ਉਹਨਾਂ ਦੀ ਡੈਮੋਕ੍ਰੈਟਿਕ ਢੰਗ ਦੇ ਨਾਲ ਚੁਣੀ ਹੋਈ ਸਰਕਾਰ ਹੈ ਜਿਹੜੀ ਇੱਕ ਤਰ੍ਹਾਂ ਨਾਲ ਕਬਜ਼ਾ ਕਰਕੇ ਬੈਠੀ ਹੈ। ਉਹਨਾਂ ਦਾ ਹੀ ਸਾਰਾ ਪਰਿਵਾਰ, ਉਹਨਾਂ ਦੇ ਭਰਾ, ਭਤੀਜੇ, ਤਿੰਨੋਂ ਭਰਾ, ਚਾਰੋਂ ਭਰਾ, ਸਾਰੇ ਦੇ ਸਾਰੇ, ਕੋਈ ਪ੍ਰਧਾਨ ਮੰਤਰੀ, ਕੋਈ ਪ੍ਰੈਜ਼ੀਡੈਂਟ, ਕੋਈ ਫਾਈਨੈਂਸ ਮਿਨਿਸਟਰ, ਸਾਰੇ ਇਸੇ ਤਰ੍ਹਾਂ ਹੀ ਸਰਕਾਰ ਨੂੰ ਚਲਾ ਰਹੇ ਔਰ ਉਹਨਾਂ ਦੁਆਰਾ ਬਣਾਈਆਂ ਹੋਈਆਂ ਬੈਡ ਪਾਲਿਸੀਜ਼ ਦੀ ਮੈਂ ਗੱਲ ਕਰ ਰਹੀ ਸੀ। ਸੋ ਸਭ ਤੋਂ ਪਹਿਲਾ ਪੁਆਇੰਟ ਕਿ ਰਾਜਪਕਸ਼ੇ ਸਰਕਾਰ ਵੱਲੋਂ ਜਦੋਂ ਚੁਣਾਵ ਪ੍ਰਚਾਰ ਕੀਤਾ ਜਾ ਰਿਹਾ ਸੀ, ਉਸ ਟਾਈਮ ਉਹਨਾਂ ਦਾ ਇੱਕ ਚੁਣਾਵੀ ਵਾਅਦਾ ਸੀ ਕਿ ਉਹ ਜਦੋਂ ਆਉਣਗੇ ਸਰਕਾਰ ਦੇ ਵਿੱਚ ਤਾਂ ਟੈਕਸ ਘਟਾ ਦੇਣਗੇ ਇੰਡਸਟਰੀਅਲਿਸਟ ਔਰ ਵੱਡੇ ਬਿਜ਼ਨਸਮੈਨਾਂ ਤੇ। ਦਿਸ ਇਜ਼ ਵਾਟ ਦੇ ਡਿਡ। ਉਹ ਸਰਕਾਰ ਚਾਹੇ ਉਹਨਾਂ ਨੇ ਆ ਕੇ ਟੈਕਸ ਸਲੈਸ਼ ਕਰਤੇ। ਟੈਕਸ ਘਟਾਉਣ ਦੇ ਨਾਲ ਹੀ ਸਰਕਾਰ ਦੀ ਇਨਕਮ 15% ਸਿੱਧੀ ਘਟ ਗਈ। ਸੋ ਸ਼੍ਰੀਲੰਕਾ ਜਿਹੜਾ ਸੀ ਉਹਦੇ ਤੇ ਪਹਿਲਾਂ ਹੀ ਬਹੁਤ ਕਰਜ਼ਾ ਸੀ, ਬਟ ਇਸ ਸਰਕਾਰ ਨੇ ਆਉਂਦਿਆਂ ਵੀ ਟੈਕਸ ਘਟਾ ਦਿੱਤੇ, ਮਤਲਬ ਕਿ ਸਰਕਾਰ ਦੀ ਆਮਦਨ ਘਟ ਗਈ ਔਰ ਕਰਜ਼ਾ ਬਾਹਰੋਂ ਹੋਰ ਲੈਣਾ ਪੈ ਗਿਆ ਸੀ। ਸੋ ਉਸ ਤੋਂ ਦੂਸਰਾ ਸਟੈਪ ਜੋ ਉਹਨਾਂ ਨੇ ਕੀਤਾ, ਜਿਹਦਾ ਨੁਕਸਾਨ ਅੱਜ ਸ਼੍ਰੀਲੰਕਾ ਚੱਲ ਰਿਹਾ, ਉਹ ਇਹ ਹੈ ਕਿ ਸਰਕਾਰ ਜਿਹੜੀ
ਸ਼੍ਰੀਲੰਕਾ ਦੀ ਖੇਤੀਬਾੜੀ ਸੀ ਉਹਦੇ ਲਈ ਜਿਹੜਾ ਕੈਮੀਕਲ ਫਰਟੀਲਾਈਜ਼ਰ ਪੈਸਟੀਸਾਈਡ ਸੀ ਉਹ ਫੋਰਨ ਤੋਂ ਮੰਗਵਾਉਣਾ ਪੈਂਦਾ ਸੀ, ਪਰ ਉਹਦੇ ਲਈ ਸ਼੍ਰੀਲੰਕਾ ਸਰਕਾਰ ਨੇ ਸੋਚਿਆ ਕਿ ਅਸੀਂ ਖਰਚਾ ਘਟਾਉਣਾ ਚਾਹੁੰਦੇ ਹਾਂ, ਇਸ ਕਰਕੇ ਖੇਤੀ ਨੂੰ ਆਰਗੈਨਿਕ ਖੇਤੀ ਬਣਾ ਦਾਂਗੇ। ਉਹਨਾਂ ਨੇ ਬਿੱਲ ਪਾਸ ਕਰ ਦਿੱਤਾ ਕਿ ਕੋਈ ਵੀ ਕੈਮੀਕਲ ਫਰਟੀਲਾਈਜ਼ਰ ਜਾਂ ਪੈਸਟੀਸਾਈਡ ਨਹੀਂ ਯੂਜ਼ ਕੀਤਾ ਜਾਊਗਾ ਖੇਤਾਂ ਦੇ ਵਿੱਚ। ਸੋ ਖੇਤੀ ਟੋਟਲੀ ਆਰਗੈਨਿਕ ਹੋਣ ਦੇ ਨਾਲ ਜਿਹੜੀ ਫਸਲ ਦੀ ਪੈਦਾਵਾਰ ਸੀ ਉਹ ਸਿੱਧੀ 50% ਘਟ ਗਈ। ਸੋ ਪਹਿਲਾਂ ਤਾਂ ਟੈਕਸ ਘਟਣ ਦੇ ਨਾਲ ਸਰਕਾਰ ਦੀ ਆਮਦਨ 15% ਘਟ ਗਈ, ਪਲੱਸ ਨਾਲ ਹੀ ਖੇਤੀਬਾੜੀ ਦੀ ਪੈਦਾਵਾਰ ਵੀ 50% ਤੱਕ ਨੀਚੇ ਗਿਰ ਗਈ। ਸੋ ਇਹ ਕਿਸੇ ਵੀ ਦੇਸ਼ ਦੇ ਆਰਥਿਕ ਢਾਂਚੇ ਦਾ ਪ੍ਰਤੀਕ ਹੁੰਦੀ ਹੈ, ਉਹਦੀ ਦੇਸ਼ ਦੀ ਪੈਦਾਵਾਰ ਕਿੰਨੀ ਹੈ, ਖੇਤੀ ਦੀ, ਇੰਡਸਟਰੀ ਦੀ, ਪਲੱਸ ਉਹਦਾ ਜਿਹੜਾ ਸਰਵਿਸ ਸੈਂਟਰ ਹੈ ਉਹਦੀ ਕਿੰਨੀ ਸਪੋਰਟ ਆ ਉਹਨੂੰ, ਪਲੱਸ ਨਾਲ ਹੀ ਜਿਹੜੀ ਟੈਕਸ ਤੋਂ ਸਰਕਾਰ ਨੂੰ ਆਮਦਨ ਆਉਂਦੀ ਹੈ। ਸੋ ਇੱਥੇ ਹੀ ਆਪਾਂ ਦੇਖ ਸਕਦੇ ਹਾਂ ਕਿ ਖੇਤੀਬਾੜੀ ਦੀ ਪੈਦਾਵਾਰ ਵੀ 50% ਘਟ ਗਈ, ਪਲੱਸ ਨਾਲ ਹੀ ਜਿਹੜੀ ਟੈਕਸ ਦੀ ਆਮਦਨ ਸਰਕਾਰ ਦੀ ਸੀ ਉਹ 15% ਘਟ ਗਈ। ਇਹਦੇ ਨਾਲ ਹੀ ਤੀਸਰਾ ਪੁਆਇੰਟ ਹੈ, ਜਦੋਂ ਕੋਵਿਡ-19 ਪੈਂਡੈਮਿਕ ਆ ਗਿਆ। ਸ਼੍ਰੀਲੰਕਾ ਇੱਕ ਬਹੁਤ ਖੂਬਸੂਰਤ ਆਈਲੈਂਡ ਹੈ, ਸਮੁੰਦਰ ਦੇ ਵਿੱਚ ਦੇਸ਼ ਹੈ। ਉਹਦੀ ਜਿਹੜੀ ਜ਼ਿਆਦਾਤਰ ਕਮਾਈ ਸੀ, ਉਹਦਾ ਮੇਜਰ ਹਿੱਸਾ ਜਿਹੜਾ ਸੀ ਟੂਰਿਜ਼ਮ ਤੋਂ ਆਉਂਦਾ ਸੀ, ਬਟ ਕੋਵਿਡ-19 ਦਾ ਪੈਂਡੈਮਿਕ ਆ ਗਿਆ, ਲੋਕਡਾਊਨ ਲੱਗ ਗਏ ਔਰ ਸੈਰ ਸਪਾਟੇ ਬੰਦ ਹੋ ਗਏ, ਜਿਹਦੇ ਨਾਲ 70% ਤੋਂ ਵੀ ਨੀਚੇ ਆ ਗਿਆ ਸੀ ਟੂਰਿਜ਼ਮ ਦਾ ਰੇਟ ਸ਼੍ਰੀਲੰਕਾ ਦਾ ਹੁਣ ਦੇ ਸਮੇਂ ਤੱਕ ਵੀ। ਸੋ ਉਹਦੇ ਨਾਲ ਵੀ ਇੱਕ ਬਹੁਤ ਵੱਡਾ ਐਡੀਸ਼ਨਲ ਘਾਟਾ ਪਿਆ। ਚੌਥਾ ਪੁਆਇੰਟ ਜੋ ਰੀਸੈਂਟ ਹੈ, ਯੂਕਰੇਨ ਰਸ਼ੀਆ ਵਾਰ ਦੇ ਨਾਲ ਪੈਟਰੋਲ ਡੀਜ਼ਲ ਦੀਆਂ ਪ੍ਰਾਈਸਿਸ ਜਿਹੜੀਆਂ ਆ ਉਹ ਸਕਾਈ ਹਾਈ ਹੋਣ ਦੇ ਨਾਲ ਇੱਕ ਕਰਜ਼ਾਈ ਦੇਸ਼ ਅਫੋਰਡ ਨਹੀਂ ਕਰ ਪਾਇਆ। ਉਸ ਤੋਂ ਅਗਲਾ ਪੰਜਵਾਂ ਪੁਆਇੰਟ ਜਿਹੜਾ ਇਹ ਵੀ ਹੋ ਸਕਦਾ ਹੈ ਕਿ ਜਿਹੜੀ ਸ਼੍ਰੀਲੰਕਾ ਦੀ ਸਰਕਾਰ ਆ ਉਹਦਾ ਜਿਹੜਾ ਫੋਰਨ ਰਿਜ਼ਰਵ ਸੀ ਉਹ ਉਹਨਾਂ ਦਾ ਡਿਪਲੀਟ ਹੋ ਚੁੱਕਾ ਸੀ, ਖਤਮ ਹੋ ਚੁੱਕਾ ਸੀ। ਫੋਰਨ ਰਿਜ਼ਰਵ ਕੀ ਹੁੰਦਾ ਹੈ ਵੀ ਕੋਈ ਵੀ ਦੇਸ਼ ਇੱਕ ਤਰ੍ਹਾਂ ਦੇ ਨਾਲ, ਮੈਂ ਬੜੀ ਸਿੰਪਲ ਭਾਸ਼ਾ 'ਚ ਕਹਾਂ ਤਾਂ ਇੱਕ ਤਰ੍ਹਾਂ ਦੇ ਨਾਲ ਦਿਖਾਉਣ ਦੇ ਲਈ ਕਿ ਹਾਂ ਇਹ ਦੇਸ਼ ਬਹੁਤ ਮਜ਼ਬੂਤ ਹੈ, ਸੋ ਇੱਕ ਤਰ੍ਹਾਂ ਨਾਲ ਇੱਕ ਸੈਂਟਰਲ ਬੈਂਕ ਦੇ ਵਿੱਚ ਜਾਂ ਤਾਂ ਕੈਸ਼ ਜਾਂ ਸੋਨਾ ਜਾਂ ਕੋਈ ਇੱਦਾਂ ਦੇ ਬੌਂਡਸ ਸੇਵ ਕਰਕੇ ਰੱਖਦੀ ਹੈ, ਦਿਖਾਉਣ ਦੇ ਲਈ ਕਿ ਕੱਲ੍ਹ ਨੂੰ ਅਗਰ ਕਿਸੇ ਦੇਸ਼ ਦੀ ਸਪੋਰਟ ਵੀ ਲੈਣੀ ਪਈ ਤਾਂ ਉਹ ਦੇਸ਼ ਸਪੋਰਟ ਕਰੇ ਵੀ, ਇਹਦੇ ਕੋਲ ਪੈਸਾ ਹੈਗਾ ਹੈ, ਸਾਡਾ ਪੈਸਾ ਵਾਪਿਸ ਮੋੜ ਸਕਦਾ ਆ। ਸੋ ਇੱਕ ਤਰ੍ਹਾਂ ਦੇ ਨਾਲ ਭੰਡਾਰ ਹੁੰਦਾ ਆ, ਮੁਦਰਾ ਭੰਡਾਰ ਜਿਹੜਾ ਆ, ਫੋਰਨ ਮੁਦਰਾ ਭੰਡਾਰ ਦੇਸ਼ ਦਾ, ਉਹ ਦਿਖਾਉਂਦਾ ਹੈ ਕਿ ਉਹ ਦੇਸ਼ ਕਿੰਨਾ ਕੁ ਪਾਵਰਫੁਲ ਆਰਥਿਕ ਢਾਂਚੇ ਦੇ ਵਿੱਚ ਹੈਗਾ। ਬਟ ਸ਼੍ਰੀਲੰਕਾ ਦਾ ਜਿਹੜਾ ਫੋਰਨ ਰਿਜ਼ਰਵ ਸੀ ਉਹ ਟੋਟਲੀ ਡਿਪਲੀਟ ਹੁੰਦਾ ਗਿਆ। ਇਹਦੇ ਨਾਲ ਜਿਹੜੇ ਉਹਦੇ ਤੇ ਹੋਰ ਕਰਜ਼ੇ ਜਿਹੜੇ ਉਹਨੂੰ ਬਾਹਰੋਂ ਮਿਲਣੇ ਸੀ ਉਹ ਨਾ ਮਿਲ ਪਾਏ, ਪਲੱਸ ਇਹ ਜਿਹੜਾ ਫੋਰਨ ਰਿਜ਼ਰਵ ਹੁੰਦਾ ਇਹਦਾ ਇੱਕ ਕੰਮ ਹੁੰਦਾ ਕਿ ਅਗਰ ਦੇਸ਼ ਦੇ ਵਿੱਚ ਕੋਈ ਇਕਨੋਮਿਕ ਕ੍ਰਾਈਸਿਸ ਆਉਂਦਾ ਹੈ ਤਾਂ ਇਹ ਜਿਹੜਾ ਫੋਰਨ ਰਿਜ਼ਰਵ ਰੱਖਿਆ ਹੁੰਦਾ ਖਾਤੇ 'ਚ ਪੈਸਾ ਇੱਕ ਸੈਂਟਰਲ ਬੈਂਕ ਦੇ ਵਿੱਚ ਦੇਸ਼ ਨੇ, ਉਹਨੂੰ ਡਾਇਲਿਊਟ ਕਰ ਲਿਆ ਜਾਵੇ, ਉਹਨੂੰ ਲਿਕੁਇਡਿਟੀ ਕਰ ਲਿਆ ਜਾਵੇ ਤਾਂ ਕਿ ਇਸ ਸੰਕਟ 'ਚ ਉੱਭਰ ਸਕੇ। ਔਰ ਨਾਲ ਹੀ ਸ਼੍ਰੀਲੰਕਾ ਨੇ ਆਪਣੇ ਨਵੇਂ ਨੋਟ ਛਾਪਣੇ ਸ਼ੁਰੂ ਕਰ ਦਿੱਤੇ ਆ, ਜਿਹਦੇ ਨਾਲ ਮਹਿੰਗਾਈ ਦੀ ਦਰ ਹੋਰ ਜ਼ਿਆਦਾ ਵਧੇਗੀ ਔਰ ਕਰੰਸੀ ਦਾ ਲੈਵਲ ਵੀ ਜਿਹੜਾ ਉਹ ਡਾਊਨ ਆਏਗਾ। ਸੋ ਸ਼੍ਰੀਲੰਕਾ ਦੇ ਇਹੀ ਮੇਜਰ ਕਾਰਨ ਸੀ ਜਿਹਦੇ ਨਾਲ ਅੱਜ ਇਹ ਕ੍ਰਾਈਸਿਸ ਉੱਭਰਿਆ ਹੈ। ਸ਼੍ਰੀਲੰਕਾ ਦਾ ਏਰੀਆ ਜਿਹੜਾ ਆ ਉਹ ਪੰਜਾਬ ਦੇ ਨਾਲੋਂ ਥੋੜਾ ਹੀ ਜ਼ਿਆਦਾ ਏਰੀਆ ਆ, ਮਤਲਬ ਬਹੁਤ ਵੱਡਾ ਦੇਸ਼ ਨਹੀਂ ਹੈ ਸ਼੍ਰੀਲੰਕਾ, ਪਰ ਜਿਹੜੀ ਉਹਦੀ ਆਬਾਦੀ ਆ ਉਹ ਬਹੁਤ ਘੱਟ ਆ। ਉਹ ਪੰਜਾਬ ਤੋਂ ਵੀ ਘੱਟ, 3 ਕਰੋੜ ਤੋਂ ਵੀ ਕਿਤੇ ਘੱਟ ਆ ਆਬਾਦੀ ਸ਼੍ਰੀਲੰਕਾ ਦੀ। ਪਰ ਸ਼੍ਰੀਲੰਕਾ ਦੇਸ਼ ਦੇ ਵਿੱਚ ਜਿਹੜਾ ਕਰਜ਼ਾ ਆ ਉਹਦੀ ਜਿੰਨੀ ਆਮਦਨ ਆ ਉਸ ਦੇਸ਼ ਦੀ, ਉਸ ਆਮਦਨ ਦੇ ਨਾਲ ਉਹ ਕਿਤੇ ਵੱਧ ਹੈ। ਸ਼੍ਰੀਲੰਕਾ ਨੇ ਇਸ ਟਾਈਮ 4 ਤੋਂ 5 ਅਰਬ ਡਾਲਰ ਬਾਕੀ ਦੇਸ਼ਾਂ ਦਾ ਕਰਜ਼ਾ ਦੇਣਾ ਹੈ ਔਰ ਉਹਦੇ ਕੋਲ ਪੈਸਾ ਕਿੰਨਾ ਆ, 2 ਅਰਬ ਡਾਲਰ ਤੋਂ ਵੀ ਕਿਤੇ ਘੱਟ ਹੈ, ਜਿਹਦੇ ਨਾਲ ਜਿਹੜਾ ਸ਼੍ਰੀਲੰਕਾ ਉਹ ਦੇਖ ਪਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਲਈ ਆਪਣੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਔਰ ਇਸ ਸਾਰੇ ਸਿਚੁਏਸ਼ਨ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਏਗਾ ਸਰਟਨਲੀ। ਔਰ ਨਾਲ ਹੀ ਜਿਹੜਾ ਮਾੜਾ ਮੋਟਾ ਵੀ ਫੋਰਨ ਰਿਜ਼ਰਵ ਜਿਹੜਾ ਸਰਕਾਰ ਦਾ ਬਚਿਆ ਹੈ ਸ਼੍ਰੀਲੰਕਾ ਸਰਕਾਰ ਦਾ, ਉਹ ਵੀ ਡਿਪਲੀਟ ਹੋ ਸਕਦਾ ਔਰ ਅਗਰ ਉਹ ਡਿਪਲੀਟ ਹੋ ਜਾਏਗਾ ਤਾਂ ਦੇਸ਼ ਦੇ ਵਿੱਚ ਜਿੰਨੇ ਵੀ ਫੋਰਨ ਇਨਵੈਸਟਰਸ ਹੁੰਦੇ ਆ, ਜਿਨ੍ਹਾਂ ਨੇ ਪੈਸੇ ਇਨਵੈਸਟ ਕੀਤੇ ਹੁੰਦੇ ਆ, ਵੈਸੇ ਤਾਂ ਆਲਰੇਡੀ ਉੱਥੋਂ ਨਿਕਲਣਾ ਸ਼ੁਰੂ ਹੋ ਗਏ ਆ, ਬਟ ਇਹਦੇ ਨਾਲ ਉਹ ਦੇਸ਼ ਫਿਰ ਇੱਕ ਤਰ੍ਹਾਂ ਨਾਲ ਬਿਲਕੁਲ ਹੀ ਉੱਥੇ ਇਨਵੈਸਟਮੈਂਟ ਕਰਨ ਤੋਂ ਹਰ ਕੋਈ ਡਰਨ ਲੱਗਦਾ ਔਰ ਲੋਕ ਛੱਡ ਕੇ ਭੱਜਣ ਲੱਗਦੇ ਔਰ ਸਿਵਲ ਰਾਈਟਸ ਵਰਗੇ ਹਾਲਾਤ ਜਿਹੜੇ ਆ ਉਹ ਰਾਈਜ਼ ਹੋ ਸਕਦੇ ਆ। ਸ਼੍ਰੀਲੰਕਾ ਨੇ ਭਾਰਤ ਤੋਂ ਮਦਦ ਮੰਗੀ ਸੀ, ਆਪਾਂ ਜਾਣਦੇ ਹਾਂ ਕਿ $1 ਬਿਲੀਅਨ ਇੰਡੀਆ ਨੇ ਦੇਣ ਦਾ ਪ੍ਰੋਮਿਸ ਕੀਤਾ ਹੈ, ਪਲੱਸ ਨਾਲ ਹੀ 40,000 ਟਨ ਡੀਜ਼ਲ ਜਿਹੜਾ ਆ ਉਹਨੂੰ ਉੱਥੇ ਸ਼੍ਰੀਲੰਕਾ ਦੇਸ਼ ਨੂੰ ਹੈਲਪ ਕਰਨ ਦਾ ਪ੍ਰੋਮਿਸ ਕੀਤਾ। ਇਸ ਤੋਂ ਇਲਾਵਾ ਵੀ ਹੋਰ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਰਾਈਸ ਜਾਂ ਹੋਰ ਖਾਣ ਵਾਲੀਆਂ ਚੀਜ਼ਾਂ ਦਾ ਵੀ ਪ੍ਰੋਮਿਸ ਹੋਇਆ ਆ ਜਾਂ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਪੈਕਟ ਹੋ ਸਕਦਾ ਹੈ। ਪਰ ਸ਼੍ਰੀਲੰਕਾ ਦੇ ਵਿੱਚ ਇਹ ਜੋ ਵੀ ਹਾਲਾਤ ਅਰਾਈਜ਼ ਹੋਏ ਨੇ ਉਹ ਇਸ ਕਰਕੇ ਅਰਾਈਜ਼ ਹੋਏ ਨੇ ਕਿਉਂਕਿ ਸਰਕਾਰਾਂ ਦੀ ਨੀਤੀ ਕਰਕੇ, ਪੋਲੀਟਿਕਸ ਕਰਕੇ, ਜਿਹੜੀ ਉੱਥੋਂ ਦੇ ਸਿਆਸਤਦਾਨਾਂ ਨੇ ਇੰਡੀਆ ਵਾਂਗੂ ਇੱਕ ਨੀਤੀ ਅਪਣਾਈ ਹੋਈ ਹੈ ਜਿਹਦੇ ਵਿੱਚ ਫ੍ਰੀ ਦੇ ਵਿੱਚ ਚੀਜ਼ਾਂ ਲੋਕਾਂ ਨੂੰ ਵੰਡਣੀਆਂ ਔਰ ਸੂਬੇ ਦੇ ਉੱਤੇ, ਦੇਸ਼ ਦੇ ਉੱਤੇ ਕਿੰਨਾ ਕਰਜ਼ਾ ਆ ਉਸ ਚੀਜ਼ ਨੂੰ ਟੋਟਲੀ ਇਗਨੋਰ ਕਰ ਦੇਣਾ। ਇਹਦੇ ਕਰਕੇ ਜਿਹੜੀ ਅੱਜ ਸ਼੍ਰੀਲੰਕਾ ਦੀ ਹਾਲਤ ਆ ਬਹੁਤ ਪਤਲੀ ਹੋ ਚੁੱਕੀ ਹੈ।
ਅੱਜ ਸ਼੍ਰੀਲੰਕਾ ਦੇ ਕੋਲ ਸਿਰਫ ਇੱਕੋ ਹੀ ਆਪਸ਼ਨ ਬਚੀ ਹੈ ਕਿ ਉਹ ਇੰਟਰਨੈਸ਼ਨਲ ਮੋਨੀਟਰੀ ਫੰਡ ਦੇ ਕੋਲ ਜਾਵੇ ਔਰ ਉੱਥੋਂ ਉਹਨਾਂ ਤੋਂ ਪੈਸਾ ਲੈ ਕੇ ਆਪਣੇ ਦੇਸ਼ ਨੂੰ ਬਚਾਵੇ। 1991 ਦੇ ਵਿੱਚ ਇੰਡੀਆ ਦੇ ਵਿੱਚ ਵੀ ਇਦਾਂ ਦੀ ਸਿਚੁਏਸ਼ਨ ਅਰਾਈਜ਼ ਹੋਈ ਸੀ ਔਰ ਉਸ ਤੋਂ ਬਾਅਦ ਇੰਡੀਆ ਦੇ ਵਿੱਚ ਨਿਓ ਲਿਬਰਲਿਜ਼ਮ ਦੀ ਪਾਲਿਸੀ ਆਈ, ਜਿਹੜੀ ਪਾਲਿਸੀ ਨੇ ਐਜੂਕੇਸ਼ਨ ਨੂੰ ਵੀ ਵੇਚ ਦਿੱਤਾ, ਸਿਹਤ ਨੂੰ ਵੀ ਵੇਚ ਦਿੱਤਾ, ਪਬਲਿਕ ਟਰਾਂਸਪੋਰਟੇਸ਼ਨ ਔਰ ਹਰ ਇੱਕ ਚੀਜ਼ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਸੌਂਪਣਾ ਸ਼ੁਰੂ ਕਰ ਦਿੱਤਾ। ਇੰਨੀ ਕੁ ਪ੍ਰਾਈਵੇਟਾਈਜੇਸ਼ਨ ਹੋਈ ਕਿ ਦੇਸ਼ ਦਾ ਸਿਟੀਜ਼ਨ, ਨਾਗਰਿਕ ਜਿਹੜੇ ਆ ਉਹ ਸਿਰਫ ਇੱਕ ਕੰਜ਼ਿਊਮਰ ਬਣ ਕੇ, ਖਪਤਕਾਰੀ ਬਣ ਕੇ ਰਹਿ ਗਏ ਔਰ ਮਹਿੰਗਾਈ ਸ਼ੂਟ ਅਪ ਹੋਈ। ਸਰਟਨਲੀ IMF ਦੇ ਨਾਲ ਜਿਹੜੀ ਦੇਸ਼ ਦੀ GDP ਆ ਉਹਦਾ ਵਾਧਾ ਜ਼ਰੂਰ ਹੁੰਦਾ ਹੈ, ਪਰ ਇਹ ਜਿਹੜੀ ਸ਼੍ਰੀਲੰਕਾ ਦੀ ਐਗਜ਼ਾਮਪਲ ਹੈ ਇਹ ਦੱਸਦੀ ਹੈ ਕਿ ਜਿਹੜੀ ਫ੍ਰੀ ਦੇ ਵਿੱਚ ਕੋਈ ਵੀ ਸਰਕਾਰ ਆ ਕੇ ਚੀਜ਼ਾਂ ਵੰਡਣ ਦੀ ਨੀਤੀ ਰੱਖਦੀ ਹੈ ਉਹ ਥੋੜ੍ਹੀ ਕੁ ਦੇਰ ਲਈ ਹੀ ਲੋਕਾਂ ਨੂੰ ਖੁਸ਼ ਕਰ ਸਕਦੀ ਆ, ਪਰ ਲੰਬੇ ਟਾਈਮ ਦੇ ਲਈ ਉਹੀ ਲੋਕਾਂ ਨੂੰ ਭੁੱਖਮਰੀ ਦੇ ਨਾਲ, ਬੇਰੁਜ਼ਗਾਰੀ ਦੇ ਨਾਲ, ਘਰ 'ਚ ਤਿੰਨ ਵਕਤ ਦੀ ਰੋਟੀ ਵੀ ਨਹੀਂ, ਪਾਣੀ ਵੀ ਨਹੀਂ, ਚਾਵਲ ਵੀ ਨਹੀਂ, ਉਹਦੇ ਕਰਕੇ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਾ ਪੈਂਦਾ ਹੈ ਔਰ ਇਹ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਮਜਬੂਰ ਕਰ ਦਿੰਦੀਆਂ। ਸੋ ਦੇਸ਼ ਦੀ ਅਰਥ ਵਿਵਸਥਾ ਔਰ ਕਰਜ਼ਾ ਜਿਹੜਾ ਸੂਬੇ ਤੇ ਦੇਸ਼ ਦੇ ਉੱਤੇ ਬਹੁਤ ਵੱਡਾ ਫੈਕਟਰ ਹੈ ਜੋ ਡਿਸਾਈਡ ਕਰਦਾ ਹੈ ਕਿ ਆਉਣ ਵਾਲਾ ਫਿਊਚਰ, ਅਗਲੀਆਂ ਪੀੜ੍ਹੀਆਂ ਦਾ ਕੀ ਹੋਏਗਾ। ਥੈਂਕ ਯੂ ਸੋ ਮਚ ਫॉर ਵਾਚਿੰਗ।